ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋ ਜਸ ਪੰਜਾਬੀ ਦੇ ਨਾਲ। ਸਮਾਜ ਸੇਵਾ ਔਰ ਸੰਵਿਧਾਨ ਇਸ ਚੈਪਟਰ ਨੂੰ ਜਦੋਂ ਪਰਤਦੇ ਹਾਂ, ਇਸ ਦੇ ਪੰਨੇ ਜਦੋਂ ਪਰਤਦੇ ਹਾਂ ਤਾਂ ਸਮਾਜ ਸੇਵਾ ਕਹਿਣੀ ਬੜੀ ਸੌਖੀ, ਕਰਨੀ ਬੜੀ ਔਖੀ। ਜਿਵੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਲਿਖਿਆ ਸੀ ਕਿ ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਇਹ ਮੁਸੀਬਤਾਂ ਦੀ ਗੱਲ ਮੈਂ ਤਾਂ ਕਰ ਰਹੇ ਹਾਂ ਕਿ ਜਦੋਂ ਅਸੀਂ ਪ੍ਰਭ ਆਸਰਾ ਸੰਸਥਾ ਦੀ ਗੱਲ ਕਰਦੇ ਹਾਂ, ਇੱਕ ਤਾਂ ਉਹ ਜਿੱਥੇ ਨਿਓਟਿਆਂ ਦਾ ਆਸਰਾ ਉਹ ਘਰ ਬਣਿਆ ਹੋਇਆ ਹੈ, ਦੂਸਰਾ ਕੁਰਾਲੀ ਸ਼ਹਿਰ ਦੇ ਵਿੱਚ ਇਸੇ ਸੰਸਥਾ ਨੇ ਪ੍ਰਭ ਆਸਰਾ ਚੈਰੀਟੇਬਲ ਹਸਪੀਟਲ ਖੋਲ੍ਹਿਆ, ਹਸਪੀਟਲ ਬਣਾਇਆ। ਜਦੋਂ ਕਰੋਨਾ ਮਹਾਮਾਰੀ ਕੋਵਿਡ ਕਾਲ ਚੱਲ ਰਿਹਾ ਸੀ, ਉਦੋਂ ਆ ਪਿੱਛੇ ਦਿਸ ਰਹੀ ਜਿਹੜੀ ਬਿਲਡਿੰਗ ਹੈ, ਇਮਾਰਤ ਹੈ, ਇਸ ਨੇ ਇੰਨੀ ਕੁ ਮਦਦ ਕੀਤੀ ਲੋਕਾਂ ਦੀ ਜਿਹੜੀ ਮਦਦ ਸਰਕਾਰਾਂ ਨਹੀਂ ਕਰ ਪਾਈਆਂ। ਕਰੋਨਾ ਕਾਲ ਦੇ ਵਿੱਚ ਇਸ ਨੂੰ ਸੈਂਟਰ ਬਣਾਇਆ ਗਿਆ ਸੀ। ਇੱਥੇ ਕਰੋਨਾ ਦੇ ਕਿੰਨੇ ਮਰੀਜ਼ ਰੱਖ ਕੇ ਠੀਕ ਕਰਕੇ ਘਰਾਂ ਨੂੰ ਤੋਰੇ ਗਏ। ਕਈ 100 ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਸੰਸਥਾ ਦੇ ਸਿਰ ਚੜ੍ਹਿਆ ਇਸ ਹਸਪਤਾਲ ਨੂੰ ਬਣਾਉਣ ਕਰਕੇ। ਪਰ ਸੰਸਥਾ ਨੇ ਪੈਰ ਪਿੱਛੇ ਨਹੀਂ ਖਿੱਚਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਸਮਾਜ ਸੇਵਾ ਕਰਨੀ ਹੈ ਤਾਂ ਮੁਸ਼ਕਲਾਂ ਵੀ ਆਉਣਗੀਆਂ, ਦਿੱਕਤਾਂ ਵੀ ਆਉਣਗੀਆਂ। ਪ੍ਰਭ ਆਸਰਾ ਚੈਰੀਟੇਬਲ ਮੈਡੀਕਲ ਸੇਵਾ ਸੈਂਟਰ ਦੇ ਵਿੱਚ ਖੜ੍ਹੇ ਹਾਂ। ਗੱਲਬਾਤ ਤੁਹਾਨੂੰ ਮਰੀਜ਼ਾਂ ਨਾਲ ਵੀ ਕਰਾਵਾਂਗੇ, ਡਾਕਟਰਸ ਨਾਲ ਵੀ ਕਰਾਂਗੇ, ਦੇਖਾਂਗੇ ਸਾਰਾ ਪ੍ਰਬੰਧ ਕਿਵੇਂ ਚੱਲ ਰਿਹਾ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਨਾਮ ਭਾਜੀ ਤੁਹਾਡਾ? ਸੁਰਿੰਦਰ ਸਿੰਘ ਜੀ। ਸੁਰਿੰਦਰ ਭਾਜੀ ਕਿੱਥੋਂ ਦੇ ਰਹਿਣ ਵਾਲੇ ਹੋ? ਬੜੇ ਸਮਾਣੇ ਨੇ ਜੀ। ਇਹ ਹਸਪਤਾਲ ਤੁਹਾਡੇ ਇਲਾਕੇ 'ਚ ਬਣਿਆ, ਇਹਦਾ ਆਪਾਂ ਨੂੰ ਫਾਇਦਾ ਹੋਇਆ ਕੋਈ ਜਾਂ ਐਵੇਂ ਦਿਖਾਉਣ ਨੂੰ? ਨਹੀਂ ਬਹੁਤ ਫਾਇਦਾ। ਅੱਧ ਮੁੱਲ ਦਵਾਈ ਮਿਲਦੀ ਹੈ ਜੀ, ਅੱਧੇ ਰੇਟ ਬਾਜ਼ਾਰ ਨਾਲੋਂ ਘੱਟ ਰੇਟ ਤੇ ਬਹੁਤ ਜੀ। ਟੈਸਟ ਅੱਧੇ ਮੁੱਲ ਹੁੰਦੇ ਜੀ। ਅੱਛਾ। ਤੇ ਬਹੁਤ ਆਲੇ ਦੁਆਲੇ ਵਾਸੀ ਪਿੰਡਾਂ ਦੇ ਕਹਿੰਦੇ ਵੀ ਉੱਥੇ ਬਹੁਤ ਠੀਕ ਹੈ, ਦਵਾਈ ਵਧੀਆ ਦਿੰਦੇ ਆ, ਸਹੂਲਤ ਬਹੁਤ ਹੈ ਜੀ, ਤੇ ਮਰੀਜ਼ ਠੀਕ ਵੀ ਹੁੰਦੇ ਜੀ। ਮਰੀਜ਼ ਠੀਕ ਵੀ ਹੁੰਦੇ? ਹਾਂ ਜੀ ਹਾਂ। ਡਾਕਟਰ ਵਧੀਆ ਨੇ, ਜਦੋਂ ਵੀ ਤੁਸੀਂ ਆਏ ਹੋ, ਜਿੰਨੀ ਵਾਰੀ ਵੀ ਆਏ ਹੋ ਸਤਿਕਾਰ ਨਾਲ ਦਵਾਈ ਦਿੰਦੇ ਜੀ ਇਹ। ਹਾਂ ਜੀ, ਪੁੱਛੇ ਹਾਕ ਮਾਰ ਕੇ ਬੁਲਾਉਂਦੇ ਜੀ ਵੀ ਆਓ ਤੁਹਾਡੀ ਵਾਰੀ ਆ ਗਈ ਜੀ। ਮਤਲਬ ਬਣਨੇ ਚਾਹੀਦੇ ਬਈ। ਪਰ ਸਰਕਾਰਾਂ ਨੇ ਤਾਂ ਨਹੀਂ ਯਾਰ ਅੱਜ ਤੱਕ ਸਾਡਾ ਕੋਈ ਬਹੁਤਾ ਸਵਾਰਿਆ। ਮਤਲਬ ਦੇਖੋ ਹੁਣ ਤੱਕ ਸਰਕਾਰੀ ਹਸਪਤਾਲਾਂ ਦੇ ਹਾਲ ਸਰਕਾਰੀ ਹਸਪਤਾਲਾਂ ਵਿੱਚ ਤਾਂ ਨਹੀਂ ਕਿਤੇ ਇੰਨਾ ਹੈ ਜੀ। ਉਹ ਤਾਂ ਪਰਚੀ ਪਰ ਦਵਾਈ ਲਿਖ ਦਿੰਦੇ ਜੀ, ਬਸ ਕਹਿ ਦਿੰਦੇ ਜੀ ਲਿਆਓ ਜੀ ਲਿਆਓ ਜੀ। ਹਾਂ ਜੀ। ਤੇ ਜਿਹੜੇ ਦੂਜੇ ਪ੍ਰਾਈਵੇਟ ਨੇ ਉਹਨਾਂ ਦਾ ਬਹੁਤ ਤੇਜ਼ ਆ ਕੰਮ। ਉਹ ਤਾਂ ਹੁਣ ਤੁਹਾਨੂੰ ਪਤਾ ਜੀ, ਉੱਥੇ ਤਾਂ ਜੀ ਅਗਲਾ ਹੁਣ ਜੇ ਭਰ ਕੇ ਜਾਊਗਾ ਜੀ, ਜਾਊਗਾ। ਮਤਲਬ ਚੰਗੀ ਕੰਮ ਕੀਤਾ ਜੇ ਸੰਸਥਾ ਨੇ ਹਸਪਤਾਲ ਬਣਾਇਆ। ਬਹੁਤ ਵਧੀਆ ਹੈ ਜੀ। ਦੇਖੋ ਇੱਥੇ ਬਜ਼ੁਰਗ ਹੈ ਵਿਚਾਰੇ, ਉਹਨਾਂ ਨੂੰ ਦਵਾਈ ਇਹਨਾਂ ਦੇ ਸੇਵਾ ਹੀ ਬਹੁਤ ਹੈ ਜੀ ਇਹਨਾਂ ਦੀ। ਹਾਂ, ਕਿਉਂਕਿ ਉਧਰ ਜਿਹੜਾ ਦੇਖਿਆ ਹੋਊਗਾ ਤੁਸੀਂ ਇਹਨਾਂ ਦੀ ਸੇਵਾ ਬਹੁਤ ਹੈ ਜੀ ਆਸ਼ਰਮ। ਹਾਂ ਜੀ ਹਾਂ। ਇੰਨੀ ਸੇਵਾ ਕਰਨੀ ਔਖੀ ਹੈ ਜੀ। ਆਪਣੇ ਮਾਂ-ਬਾਪ ਦੀ ਵੀ ਨਹੀਂ ਕਰ ਸਕਦਾ ਕੋਈ, ਜਿੰਨੀ ਆਪਣੇ ਮਾਂ-ਬਾਪ ਦੀ ਸਮਝ ਕੇ ਕਰਦੇ ਜੀ। ਬਹੁਤ ਵੱਡੀ ਗੱਲ ਕਹੀ ਸੁਰਿੰਦਰ ਭਾਜੀ ਨੇ। ਹਾਂ ਜੀ ਹਾਂ। ਸ਼ੁਕਰੀਆ ਬਾਈ ਜੀ ਗੱਲਬਾਤ ਕਰਨ ਦੇ ਲਈ। ਔਰ ਬਾਈ ਨੇ ਆਪ ਹੀ ਦੱਸਿਆ ਕਿ ਅੱਧੇ ਮੁੱਲ ਦਵਾਈਆਂ ਤੇ ਚੰਗੀ ਸਲਾਹ, ਚੰਗੇ ਟ੍ਰੀਟਮੈਂਟ ਸਾਰੇ ਮਿਲਦੇ ਨੇ। ਉਹ ਪੰਜਾਬੀ ਦੀ ਇੱਕ ਕਹਾਵਤ ਹੈ ਨਾ ਕਿ ਹੱਥ ਕੰਗਨ ਕੋ ਆਰਸੀ ਕਿਆ ਔਰ ਪੜ੍ਹੇ ਲਿਖੇ ਕੋ ਫਾਰਸੀ ਕਿਆ। ਮਤਲਬ ਜੋ ਸਾਹਮਣੇ ਦਿਸਦਾ ਹੋਵੇ ਉਸ ਦੀ ਗੱਲ ਕਰ ਹੀ ਲੈਣੀ ਚਾਹੀਦੀ ਹੈ। ਭਾਈ ਸਾਹਿਬ ਨੇ ਸਾਡੇ ਨਾਲ ਪ੍ਰਭ ਆਸਰਾ ਜਿਹੜਾ ਹਸਪੀਟਲ ਹੈ, ਇਸ ਦੇ ਪੇਸ਼ੈਂਟ ਨੇ ਇਹ, ਤੇ ਗੱਲਬਾਤ ਕਰਦੇ ਹਾਂ। ਭਾਜੀ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਕਿੱਥੋਂ ਦੇ ਬਾਈ ਰਹਿਣ ਵਾਲੇ? ਮੈਂ ਜੀ ਕੁਰਾਲੀ ਦਾ ਹੀ ਆ ਖਾਸੀ। ਹਾਂਜੀ। ਕੀ ਦਿੱਕਤ ਆਈ ਭਾਜੀ? ਮੇਰਾ ਨਾ ਹੀ ਐਕਸੀਡੈਂਟ ਹੋਇਆ ਸੀ 1 ਸਾਲ ਪਹਿਲਾਂ ਹੀ, ਲਾਸਟ ਈਅਰ ਜਨਵਰੀ 'ਚ ਹੋਇਆ ਸੀ ਜੀ। ਤਦ ਤੋਂ ਮੇਰਾ ਆਪਰੇਸ਼ਨ ਹੋਇਆ ਸਿਵਲ ਹਸਪੀਟਲ ਮੋਹਾਲੀ 'ਚ ਹੀ, 6 ਫੇਸ। ਉਸ ਤੋਂ ਬਾਅਦ ਉਹਨਾਂ ਨੇ ਉੱਥੇ ਤੇ ਆਪਰੇਸ਼ਨ ਕਰਕੇ ਮੈਨੂੰ ਉਹ ਕਰਤਾ ਸੀ ਡਿਸਚਾਰਜ। ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਇਹੋ ਜਿਹਾ ਮਤਲਬ ਕਿ ਉਹ ਨਹੀਂ ਦੱਸਿਆ ਵੀ ਤੁਹਾਨੂੰ ਫਿਜ਼ੀਓਥੈਰੇਪੀ ਕਰਵਾਉਣੀ ਪਊਗੀ ਜਾਂ ਤੁਹਾਡਾ ਨੈਕਸਟ ਸਟੈਪ ਕਿਆ ਹੋਣਾ। ਕੋਈ ਅਗਲੀ ਸਲਾਹ ਨਹੀਂ ਦਿੱਤੀ ਹੈ? ਕੁਝ ਨਹੀਂ ਦੱਸਿਆ ਜੀ। ਮੇਰਾ ਨਾ ਪਏ ਦਾ ਇੱਕ ਤਾਂ ਮੇਰੀ ਜੋ ਆਹ ਬਾਜੂ ਦੀ ਜਿਹੜੀ ਨਸਾਂ ਸੀਗੀਆਂ ਸਾਰੀਆਂ ਹੀ ਬਲੌਕ ਹੋ ਗਈਆਂ ਸੀ। ਅੱਛਾ। ਤੇ ਇਹਦਾ ਟ੍ਰੀਟਮੈਂਟ ਉਹਨਾਂ ਨੇ ਬਿਲਕੁਲ ਨਹੀਂ ਸੀ ਕਰਿਆ। ਇਹਦਾ ਮਤਲਬ ਇਹ ਤੁਹਾਨੂੰ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਪੈਰਾਲਾਈਜ਼ ਹੋਣ ਦੇ ਵੱਲ ਵੱਧ ਰਹੇ ਸੀਗੇ। ਹਾਂਜੀ। ਮੇਰਾ ਨਾ ਰਾਈਟ ਸਾਈਡ ਹੈ ਪੂਰੀ, ਉਹ ਆਹ ਜਿਹੜਾ ਗੋਡੇ ਤੋਂ ਥੱਲੇ ਆ ਜੀ, ਇਹ ਹੱਡੀ 2 ਜਗ੍ਹਾ ਤੇ ਟੁੱਟ ਗਈ ਸੀ ਜੀ। ਤੇ ਇਹਦੇ 'ਚ ਉਹਨਾਂ ਨੇ ਆਪਰੇਸ਼ਨ ਕਰਕੇ ਰੋਡ ਪਾਤੀ ਸੀ। ਠੀਕ ਹੈ ਜੀ। ਪਰ ਇਹਦਾ ਬਾਂਹ ਦਾ ਟ੍ਰੀਟਮੈਂਟ ਕੁਝ ਨਹੀਂ ਸੀ ਉਹਨਾਂ ਨੇ ਕਰਿਆ। ਉਹ ਕਹਿੰਦੇ ਵੀ ਤੁਸੀਂ ਹੋਰ ਕਿਸੇ ਡਾਕਟਰ ਕੋਲ ਹਸਪੀਟਲ 'ਚ ਜਾ ਕੇ ਪਤਾ ਕਰੋ ਵੀ ਉਹ ਅਗਰ ਉਹ ਕਰਵਾ ਪਾਉਂਦੇ ਆ। ਤਾਂ ਉਸ ਤੋਂ ਬਾਅਦ 2-3 ਮਹੀਨੇ ਹੀ ਮੈਂ ਦਿੱਕਤ ਰਹੀ। ਨਹੀਂ, ਉਹਨਾਂ ਨੇ ਜ਼ਿੰਮੇਵਾਰੀ ਸਮਝੀ ਹੋਣੀ ਯਾਰ ਬਿਲਕੁਲ ਵੀ ਕਿ ਪੇਸ਼ੈਂਟ ਨੂੰ ਗਾਈਡ ਤਾਂ ਕਰਨਾ ਉਹਨਾਂ ਦਾ ਫਰਜ਼ ਬਣਦਾ ਹੈ। ਨਹੀਂ, ਉਹਨਾਂ ਨੇ ਕਿਹਾ ਵੀ ਤੁਹਾਡੇ ਇਲਾਕੇ 'ਚ ਕੋਈ ਵੀ ਅਗਰ ਡਾਕਟਰ ਹੈਗਾ ਕਰੀਬੀ, ਉਹਨੂੰ ਜਾ ਕੇ ਤੁਸੀਂ ਮਿਲ ਸਕਦੇ ਹੋ। ਠੀਕ ਹੈ, ਉਹਨੂੰ ਦਿਖਾ ਦਿਓ। ਤਾਂ ਮੈਂ ਖੁਦ ਫਿਰ ਅਸੀਂ ਗਏ ਸੀ ਰੋਪੜੀ, ਜਿਹੜਾ ਆਪਣਾ ਸੁਰਜੀਤ ਹਸਪੀਟਲ। ਉੱਥੇ ਉਹਨਾਂ ਨੇ ਵੀ ਮੇਰੇ ਐਕਸਰੇ ਵਗੈਰਾ ਕਰੇ, MRI ਵਗੈਰਾ ਦੇਖੀ। ਤਾਂ ਉਹਨਾਂ ਨੇ ਕਿਹਾ ਵੀ ਇਹਦਾ ਤਾਂ ਇਲਾਜ ਹੀ ਨਹੀਂ ਹੈਗਾ ਵੀ ਬਾਂਹ ਦਾ। ਤਾਂ ਇਹ ਮਤਲਬ ਕਿ ਥੋੜੀ ਟਾਈਮ ਵੀ ਲੱਗ ਸਕਦਾ, ਹੋ ਵੀ ਸਕਦੀ, ਨਹੀਂ ਵੀ ਹੋ ਸਕਦੀ। ਤਾਂ ਉਸ ਤੋਂ ਬਾਅਦ ਫਿਰ ਮੈਂ ਘਰ ਰਿਹਾ 2-3 ਮਹੀਨੇ ਸਮਾਂ। ਮੇਰੀ ਲੱਤ ਦਾ ਵੀ ਜ਼ਿਆਦਾ ਉਹ ਵੱਧ ਗਿਆ ਕੰਮ, ਤੇ ਬਾਂਹ ਤਾਂ ਬਿਲਕੁਲ ਹੀ ਨਹੀਂ ਸੀ ਹਿਲਦੀ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਮੈਂ ESI ਹਸਪੀਟਲ ਗਿਆ ਸੀ ਮੋਹਾਲੀ।
ਤਾਂ ਉਹਨਾਂ ਨੇ ਮੈਨੂੰ ਗਾਈਡ ਕਰਿਆ ਵੀ ਤੁਹਾਡਾ ਟ੍ਰੀਟਮੈਂਟ ਅਸੀਂ ਪ੍ਰਾਈਵੇਟ ਹਸਪੀਟਲ 'ਚ ਉਹਨਾਂ ਨੇ ਮੈਨੂੰ ਭੇਜਿਆ ਇੰਡਸ 'ਚ, ਤੇ ਉੱਥੇ ਮੈਂ 7 ਦਿਨ ਐਡਮਿਟ ਰਿਹਾ। ਉਹਨਾਂ ਨੇ ਪੂਰੇ ਟੈਸਟ ਲਏ ਮੇਰੇ, ਟੈਸਟ ਵਗੈਰਾ ਲੈ ਕੇ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਲਾਸਟ ਬਈ ਤੁਹਾਡਾ ਇਲਾਜ ਹੈਗਾ ਫਿਜ਼ੀਓਥੈਰੇਪੀ, ਤਾਂ ਤੁਹਾਨੂੰ ਉਹ ਕੰਟੀਨਿਊ ਕਰਵਾਉਣੀ ਪਊਗੀ ਜਦ ਤੱਕ ਤੁਸੀਂ ਠੀਕ ਨਹੀਂ ਹੁੰਦੇ। ਬਈ ਉਹ ਦੇਖ ਲਓ ਤੁਸੀਂ ਕਿੱਥੇ ਕਰਵਾ ਸਕਦੇ ਹੋ। ਤਾਂ ਮੇਨ ਸੀਗੀ ਸਭ ਤੋਂ ਵੱਡੀ ਗੱਲ ਤਾਂ ਪੈਸੇ ਦੀ ਦਿੱਕਤ, ਠੀਕ ਹੈ ਨਾ। ਇੰਡਸ ਹਸਪੀਟਲ ਸੀ ਉਹ ਤਾਂ ਚਲੋ ESI ਦੇ ਥਰੂ ਹੋ ਗਿਆ ਸੀਗਾ ਜੀ ਉੱਥੇ, ਪਰ ਉਹਨਾਂ ਨੇ ਕਿਹਾ ਵੀ ਫਿਜ਼ੀਓਥੈਰੇਪੀ ਵਾਸਤੇ ਸਾਡੇ ਕੋਲ ਡਾਕਟਰ ਤਾਂ ਹੈਗੇ ਆ, ਪਰ ਤੁਹਾਨੂੰ ਡੇਲੀ ਆਉਣਾ ਪਊਗਾ। ਬਈ ਹੁਣ ਕੁਰਾਲੀ ਤੋਂ ਸੋਚੋ ਮੋਹਾਲੀ ਡੇਲੀ ਜਾਣਾ ਕਿੰਨਾ ਐਕਸਪੈਂਸਿਵ ਆ, ਤੇ ਔਰ ਵੈਸੇ ਵੀ ਇਸ ਹਾਲਤ ਦੇ ਵਿੱਚ, ਇਸ ਹਾਲਤ 'ਚ ਉਸ ਟਾਈਮ ਤਾਂ ਮੈਂ ਮਤਲਬ ਕਿ ਗੱਡੀ ਤੋਂ ਵੀ ਨਾ ਜਾ ਹੀ ਨਹੀਂ ਸੀ ਸਕਦਾ ਕਿਤੇ ਵੀ, ਠੀਕ ਹੈ। ਲੱਤ ਵੀ ਮੇਰੀ ਸਿੱਧੀ ਸੀਗੀ, ਮਤਲਬ ਕਿ ਉਹ ਗੱਡੀ 'ਚ ਵੀ ਲੰਬਾ ਪੈ ਕੇ, ਹਾਂਜੀ ਲੰਬਾ ਪੈ ਕੇ ਸੀਟ ਥੱਲੇ ਪਾ ਕੇ ਫਿਰ ਜਾਣਾ ਪੈਂਦਾ ਸੀ। ਤਾਂ ਤੇ ਇੱਥੇ ਫਿਰ ਕਿਵੇਂ ਪਹੁੰਚੇ ਬਾਈ, ਤੇ ਇੱਥੋਂ ਦਾ ਕੀ ਐਕਸਪੀਰੀਅੰਸ ਹੈ ਤੁਹਾਡਾ? ਇੱਥੇ ਦਾ ਹੀ ਮੈਂ ਤੁਹਾਨੂੰ ਦੱਸਦਾ ਜੀ, ਮੈਨੂੰ ਤਕਰੀਬਨ 6 ਮਹੀਨੇ ਹੋ ਗਏ ਇੱਥੇ ਆਉਂਦਿਆਂ ਨੂੰ ਜੀ। ਤਾਂ ਉਹਨਾਂ ਨੇ ਮਤਲਬ ਕਿ ਉਹੀ ਦੱਸਿਆ ਸੀ ਵੀ ਆਪਣੇ ਏਰੀਏ 'ਚ ਕੋਈ ਡਾਕਟਰ ਦੇਖ ਲਓ ਜਿਹੜਾ ਤੁਹਾਨੂੰ ਨਜ਼ਦੀਕ ਪਵੇ। ਤਾਂ ਮੈਂ ਆਨਲਾਈਨ ਸਰਚ ਕਰਿਆ ਸੀਗਾ, ਤਾਂ ਫਿਰ ਡਾਕਟਰ ਨਾਲ ਗੱਲ ਹੋਈ ਫਿਜ਼ੀਓਥੈਰੇਪਿਸਟ ਨਾਲ, ਤਾਂ ਉਹ ਕਹਿੰਦੇ ਵੀ ਮੇਰੀ ਡਿਊਟੀ ਇੱਥੇ ਹੀ ਹੈ ਪ੍ਰਭਾਸਰੀ। ਤਾਂ ਫਿਰ ਮੈਂ ਉਸ ਦਿਨ ਤੋਂ ਹੀ ਇੱਥੇ ਆਉਣਾ ਸ਼ੁਰੂ ਹੋ ਗਿਆ। ਮਤਲਬ ਕਿ ਪਹਿਲੇ ਦਿਨ ਜਦ ਆਇਆ ਤਾਂ ਮੈਂ ਸਟ੍ਰੈਕਚਰ ਤੇ ਪਾ ਕੇ ਮੈਨੂੰ ਲੈ ਕੇ ਗਏ ਸੀ ਅੰਦਰ ਡਾਕਟਰ ਕੋਲ। ਤਾਂ ਡਾਕਟਰ ਨੇ ਕੰਡੀਸ਼ਨ ਦੇਖੀ, ਤਾਂ ਉਹਨਾਂ ਨੇ ਕਿਹਾ ਬਈ ਕੋਈ ਚੱਕਰ ਨਹੀਂ ਹੈਗਾ, ਤੁਸੀਂ ਹੋ ਜਾਓਗੇ ਠੀਕ, ਪਰ ਥੋੜਾ ਜਿਹਾ ਟਾਈਮ ਲੱਗੂਗਾ, ਕਿਉਂਕਿ ਮੇਰਾ ਪੈਰ ਵੀ ਸੀ ਉਹ ਬਿਲਕੁਲ ਫਲੈਟ ਹੋ ਗਿਆ ਸੀਗਾ ਨੀਚੇ। ਮੈਂ ਸਮਝ ਸਕਦਾ ਹਾਂ, ਤਾਂ ਬਈ ਨੀਚੇ ਵੀ ਨਹੀਂ ਸੀ ਲੱਗਦਾ ਮੈਂ। ਤਾਂ ਉਹਨਾਂ ਨੇ ਮਤਲਬ ਕਿ ਟ੍ਰੀਟਮੈਂਟ ਮੇਰਾ ਸ਼ੁਰੂ ਕਰਤਾ, ਤੇ ਨੈਕਸਟ ਡੇ ਕਿਹਾ ਬਈ ਸਟ੍ਰੈਕਚਰ ਤੇ ਨਹੀਂ ਆਣਾ, ਵੀਲ ਚੇਅਰ ਤੇ ਆਉਣਾ। ਤਾਂ ਵੀਲ ਚੇਅਰ ਤੋਂ ਫਿਰ ਦੇਖ ਲਓ ਤੁਸੀਂ ਹੌਲੀ ਹੌਲੀ ਉਹਨਾਂ ਨੇ ਜਦ ਟ੍ਰੀਟਮੈਂਟ ਚਾਲੂ ਹੋਣ ਲੱਗ ਗਿਆ, ਤਾਂ ਫਿਰ ਖੜਾ ਹੋਣ ਲੱਗ ਗਿਆ ਮੈਂ ਆਪਣਾ, ਫਿਰ ਵਾਕਰ ਨਾਲ ਤੁਰਨ ਲੱਗ ਗਿਆ, ਫਿਰ ਹੌਲੀ ਹੌਲੀ ਸਟਿੱਕ ਨਾਲ, ਤਕਰੀਬਨ ਦਿਨ ਪਾ ਦਿਨ ਇੰਪਰੂਵਮੈਂਟ ਹੁੰਦੀ ਗਈ ਉਹਦੇ 'ਚ। ਟ੍ਰੀਟਮੈਂਟ ਕਿਵੇਂ ਰਿਹਾ ਇੱਥੋਂ ਦੇ ਡਾਕਟਰਾਂ ਨਾਲ, ਐਕਸਪੀਰੀਅੰਸ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਵੀ ਟ੍ਰੀਟਮੈਂਟ ਮੈਂ ਕਹਿੰਦਾ ਜੀ ਬਹੁਤ ਵਧੀਆ ਰਿਹਾ। ਜਿਸ ਤਰ੍ਹਾਂ ਇਹਨਾਂ ਗਾਈਡ ਕਰਦੇ ਸੀਗੇ, ਜਿਸ ਤਰ੍ਹਾਂ ਦਾ ਇਹਨਾਂ ਦਾ ਟ੍ਰੀਟਮੈਂਟ ਸੀਗਾ, ਤਾਂ ਬਹੁਤ ਹੀ ਵਧੀਆ ਤਰੀਕੇ ਢੰਗ ਨਾਲ ਇਹਨਾਂ ਨੇ ਕਰਿਆ ਜੀ, ਠੀਕ ਆ। ਕਦੇ ਬਈ ਡਿਸਪਾਇੰਟਮੈਂਟ ਨਹੀਂ ਹੋਈ ਵੀ ਕਿਸੇ ਤਰ੍ਹਾਂ ਦੀ, ਵੀ ਉਹਨਾਂ ਨੇ ਕਿਹਾ ਵੀ ਹਾਂ ਠੀਕ ਹੈ ਨਹੀਂ ਹੋ ਸਕਦਾ, ਮਤਲਬ ਕਿ ਦਿਲ ਵੀ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਪੋਜ਼ਿਟਿਵ ਲੈ ਕੇ ਸੋਚਿਆ ਵੀ ਪਹਿਲਾਂ ਤੁਹਾਡਾ ਮਤਲਬ ਕਿ ਬਾਂਹ ਨਾਲੋਂ ਪਹਿਲਾਂ ਤੁਹਾਡਾ ਲੱਤ ਦਾ ਕਰਾਂਗੇ, ਤਾਂ ਕਿ ਇੰਡੀਪੈਂਡੈਂਟ ਹੋ ਸਕੇ ਤੁਸੀਂ, ਵੀ ਤੁਰਨਾ ਫਿਰਨਾ ਈਜ਼ੀ ਹੋ ਸਕੇ, ਨਾ ਹੀ ਕਿਸੇ ਨਾਲ ਉਹ ਹੋ ਸਕੇ। ਹੁਣ ਬਾਂਹ ਵਾਲੀ ਦਿੱਕਤ ਵੀ ਡੀਲ ਕਰ ਰਹੇ ਨੇ? ਹਾਂਜੀ, ਹੁਣ ਦੋਨੇ ਟ੍ਰੀਟਮੈਂਟ ਚੱਲ ਰਹੇ ਆ। ਜਦ ਤੋਂ ਬਾਂਹ ਦਾ ਵੀ ਗਿਆ ਸੀ, ਜਦ ਮੈਂ ਆਇਆ ਸੀ ਸਟਾਰਟਿੰਗ 'ਚ ਬਾਂਹ ਮੇਰੀ ਬਿਲਕੁਲ ਮੂਵਮੈਂਟ ਨਹੀਂ ਸੀ ਕਰਦੀ, ਮਤਲਬ ਕਿ ਥੋੜੀ ਬਹੁਤੀ ਉਹ ਕਰਦੀ ਸੀ, ਹੁਣ ਪੂਰੀ ਮੂਵਮੈਂਟ ਕਰ ਰਹੀ ਆ। ਤੇ ਬਸ ਸਿਰਫ ਉਹ ਦਿੱਕਤ ਆ ਹੱਥ ਦੀ ਰਹਿ ਗਈ ਹੁਣ ਇਹਦੇ ਵੀ। ਹਾਂਜੀ, ਉਹ ਕਿਉਂਕਿ ਮੇਰੀ ਨਸਾਂ ਬਲੌਕ ਸੀ, ਨਸਾਂ ਦਾ ਉਹਨਾਂ ਨੇ ਡਾਕਟਰ ਤਾਂ ਪਹਿਲਾਂ ਕਿਹਾ ਸੀ ਵੀ ਆਪਰੇਸ਼ਨ ਵੀ ਹੋ ਸਕਦਾ ਹੈ, ਪਰ ਜਦੋਂ ਟੈਸਟ ਤੋਂ ਬਾਅਦ ਉਹਨਾਂ ਨੇ ਫਿਰ ਫਿਜ਼ੀਓਥੈਰੇਪੀ ਦੱਸਿਆ ਸੀ ਇਹਦਾ ਟ੍ਰੀਟਮੈਂਟ। ਇਹ ਦੇਖੋ ਤੁਸੀਂ 9 ਵੀ ਨਿਕਲ ਗਏ ਸੀ ਇਹਦੇ ਪੀਕ ਪੈ ਕੇ ਨਾ, ਇਹ ਹੁਣ ਕਹਿੰਦੇ ਵੀ ਆ ਜੂਗੇ। ਤੇ ਇਹ ਜਿਹੜਾ ਸਕਿਨ ਦੀ ਮੇਰੀ ਐ ਜਿਸ ਤਰ੍ਹਾਂ ਆਲੂ ਨਹੀਂ ਛਿਲਦੇ ਇਸ ਤਰ੍ਹਾਂ ਉਤਰਦੀ ਸੀ ਸਾਰੇ ਹੱਥ ਦੀ ਬਾਂਹ ਦੀ, ਵੀ ਉਹ ਹੌਲੀ ਹੌਲੀ ਅੱਗੇ ਤੱਕ ਸੈਂਸ ਵੀ ਨਹੀਂ ਸੀ ਇਹਨਾਂ 'ਚ, ਹੱਥ ਲਾਏ ਤੇ ਵੀ ਨਹੀਂ ਸੀ ਪਤਾ ਲੱਗਦਾ ਪੂਰੀ ਬਾਂਹ 'ਚ ਵੀ ਕਿਆ ਹੋ ਰਿਹਾ ਕਿਆ ਨਹੀਂ। ਉਹ ਤਾਂ ਹੁਣ ਹੌਲੀ ਹੌਲੀ ਉਹਦੀ ਇੰਪਰੂਵਮੈਂਟ ਹੋ ਰਹੀ ਹੈ, ਤੇ ਹੁਣ ਮੈਂ ਤੁਰ ਫਿਰ ਆਰਾਮ ਨਾਲ ਇੰਡੀਪੈਂਡੈਂਟ ਹਾਂ। ਬਾਈ ਜੀ ਸਾਡੇ ਨਾਲ ਤੁਰ ਕੇ ਆਏ ਨੇ, ਮੈਨੂੰ ਸਗੋਂ ਥੋੜਾ ਜਿਹਾ ਆਪਣੇ ਆਪ ਨੂੰ ਵੀ ਲੱਗਿਆ ਸੀ ਕਿ ਮੈਂ ਇਹਨਾਂ ਨੂੰ ਮੁਸ਼ਕਲ 'ਚ ਪਾਇਆ। ਸਭ ਤੋਂ ਵੱਡੀ ਗੱਲ ਆ ਕਿ ਰੀਜ਼ਨੇਬਲ ਪ੍ਰਾਈਸ ਆ ਜੋ ਵੀ ਆ, ਠੀਕ ਹੈ ਨਾ, ਅਫੋਰਡ ਕਰ ਸਕਦਾ ਗਰੀਬ ਤੋਂ ਗਰੀਬ ਬੰਦਾ ਵੀ। ਬਈ ਕੋਈ ਆਏ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਹਾਈ ਚਾਰਜਸ ਆ ਫੀਸ ਦੇ, ਮਤਲਬ ਕਿ ਨਾਰਮਲ ਚਾਰਜਸ ਆ। ਡਾਕਟਰ ਦੀ ਫੀਸ ਕੰਸਲਟ ਕਰਨਾ ਤਾਂ ਸਿਰਫ 20 ਰੁਪਏ ਆ ਹਰ ਇੱਕ ਡਾਕਟਰ ਦੀ, ਤੇ ਉਸ ਤੋਂ ਇਲਾਵਾ ਅਗਰ ਕੁਝ ਐਕਸਟਰਾ ਕਰਦੇ ਆ ਜਿਸ ਤਰ੍ਹਾਂ ਫਿਜ਼ੀਓਥੈਰੇਪੀ ਦੀ ਆ, ਉਹਦੀ ਪਰ ਡੇ 50 ਰੁਪੀਜ਼ ਆ, ਤੇ ਦੂਸਰੇ ਹਰ ਇੱਕ ਡਾਕਟਰ ਦੀ ਅਲੱਗ-ਅਲੱਗ ਚਾਰਜਸ ਆ ਉਸ ਤਰ੍ਹਾਂ, ਪਰ ਕੰਸਲਟ ਕਰਨ ਲਈ ਸਿਰਫ 20 ਰੁਪਏ ਚਾਰਜਸ ਆ। ਬੜੀ ਹੈਰਾਨੀ ਦੀ ਗੱਲ ਹੈ ਯਾਰ, ਅੱਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਸਰਕਾਰੀ ਹਸਪਤਾਲ 'ਚ ਵੀ 10 ਰੁਪਏ ਪਰਚੀ ਲੱਗਦੀ ਹੈ, ਔਰ ਉਹ ਮੁੜ ਕੇ ਦਵਾਈਆਂ ਲਿਖ ਕੇ ਦੇ ਦਿੰਦੇ ਆ ਤੁਹਾਨੂੰ ਕਿ ਆਪਣੇ ਆਪ ਲੈ ਆਓ ਨਾ ਲੈ ਆਓ, ਸਿਰਫ 20 ਰੁਪਏ ਫੀਸ, ਔਰ ਹਾਈਲੀ ਵੈਲ ਕੁਆਲੀਫਾਈਡ ਡਾਕਟਰ ਔਰ ਜਿਹੜੇ ਪ੍ਰੈਕਟੀਕਲੀ ਸਸਟੇਨ ਕਰਦੇ ਆ ਇਸ਼ੂਜ਼ ਨੂੰ ਲੈ ਕੇ ਔਰ ਆਪਣੇ ਹੈਲਥ ਇਸ਼ੂਜ਼ ਨੂੰ ਲੈ ਕੇ। ਵਕਤ ਇੱਕ ਛੋਟੇ ਬ੍ਰੇਕ ਦਾ ਹੋਇਆ, ਬ੍ਰੇਕ ਦੇ ਅਗਲੇਰੇ ਪਾਰ ਪ੍ਰਭ ਆਸਰਾ ਚੈਰੀਟੇਬਲ ਹਸਪੀਟਲ ਦੀਆਂ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅੱਧੇ ਰੇਟ ਦੇ ਉੱਤੇ ਦਵਾਈਆਂ, ਆਪਾਂ ਇਹਨਾਂ ਚੀਜ਼ਾਂ ਨੂੰ ਫਿਰ ਮੈਨੇਜ ਕਿਵੇਂ ਕਰਦੇ ਆ? ਕਈ ਦਵਾਈਆਂ ਤਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਕਿ 400 ਰੁਪਏ ਪ੍ਰਿੰਟ ਹੈਗਾ, ਲੇਕਿਨ ਸਿਰਫ ਤੇ ਸਿਰਫ 10-15 ਰੁਪਏ 'ਚ ਅਸੀਂ ਵੇਚ ਰਹੇ ਹਾਂ। ਇਹਦਾ ਮਤਲਬ ਤਾਂ ਵੀ ਬਹੁਤ ਵੱਡੇ ਨੈਕਸਸ ਚੱਲਦੇ ਆ ਮੈਡੀਸਨ। ਬਿਲਕੁਲ ਦੱਸਣਾ ਚਾਹਾਂਗੀ, ਬਿਕੋਜ਼ ਸਾਡਾ ਇਹ ਪ੍ਰੋਫੈਸ਼ਨ ਰਿਹਾ। ਮੈਂ ਤੁਹਾਨੂੰ ਇੱਕ ਖੂਬਸੂਰਤ ਗੱਲ ਦਿਖਾਉਣਾ, ਜਦੋਂ ਪ੍ਰਭ ਆਸਰਾ ਚੈਰੀਟੇਬਲ ਸੇਵਾ ਸੈਂਟਰ ਦੇ ਵਿੱਚ ਆਏ ਹੋਏ ਆ, ਤੁਸੀਂ ਇਹ ਦੇਖੋ ਕਿ ਜ਼ਿੰਮੇਵਾਰੀ ਕਿਸ ਨੂੰ ਕਹਿੰਦੇ ਆ। ਇਹਨੂੰ ਕਹਿੰਦੇ ਜ਼ਿੰਮੇਵਾਰ ਹੋਣਾ ਤੇ ਜ਼ਿੰਮੇਵਾਰ ਕੰਮ ਕਰਨਾ।
ਜਿਹੜੇ ਜਿੰਨੇ ਵੀ ਡਾਕਟਰਸ ਨੇ, ਜਿਹੜੇ ਕੰਸਲਟ ਡਾਕਟਰ ਨੇ, ਸਾਰਿਆਂ ਦੀ ਲਿਸਟ ਲੱਗੀ ਹੋਈ ਹੈ ਤਾਂ ਕਿ ਜਿਹੜਾ ਵੀ ਕੋਈ ਵਿਜ਼ਿਟਰ ਆਉਂਦਾ ਹੈ ਜਾਂ ਵਿਜ਼ਿਟਰ ਦੇ ਨਾਲ ਕੇਅਰ ਟੇਕਰ ਆਉਂਦਾ ਉਹਨੂੰ ਪਤਾ ਹੋਵੇ ਕਿ ਡਾਕਟਰ ਦਾ ਨਾਮ ਕੀ ਹੈ। ਆ ਜਨਰਲ ਮੈਡੀਸਨ ਦੇ ਨੇ, ਗਾਇਨੀ ਦੇ, ਡੈਂਟਿਸਟ ਨੇ ਜਿਹੜੇ ਹੈ ਨਾ, ਡਰਮਾਟੋਲੋਜਿਸਟ ਹੈ, ਪੈਡਰਿਕ ਦੇ ਨੇ, ENT ਦੇ ਨੇ, ਈਅਰ ਨੋਜ਼ ਐਂਡ ਥਰੋਟ ਦੇ, ਮਤਲਬ ਸਾਰੇ ਡਾਕਟਰਸ ਦੀ ਲਿਸਟ। ਔਰ ਨੈਕਸਟ ਇੰਪੋਰਟੈਂਟ ਗੱਲ ਕਿ ਸਰਕਾਰਾਂ ਬਦਲਦੀਆਂ ਤਾਂ ਉੱਦਾਂ ਹੀ ਸਖਤਾਈ ਹੁੰਦੀ ਹੈ। ਇਹ ਪ੍ਰਾਈਵੇਟ ਅਦਾਰਾ ਹੈ, ਪ੍ਰਾਈਵੇਟ ਸੰਸਥਾ ਹੈ, ਚੈਰੀਟੇਬਲ ਸੰਸਥਾ ਹੈ। ਟਾਈਮਿੰਗ ਪ੍ਰੋਪਰ ਲਿਖ ਕੇ ਲਾਈ ਹੋਈ ਹੈ ਕਿ 9 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਟਾਈਮਿੰਗ ਹੈ। ਆਹ 2 ਡਾਕਟਰ ਨੇ ਜਿਹੜੇ EMO ਜਿਹੜੇ ਐਮਰਜੈਂਸੀ ਦੇ ਲਈ ਨੇ, ਇਹ 8 ਤੋਂ 8 ਦੀ ਟਾਈਮਿੰਗ, 8 AM to 8 PM ਦੀ ਟਾਈਮਿੰਗ। ਇਹਨੂੰ ਕਹਿੰਦੇ ਨੇ ਚੀਜ਼ਾਂ ਨੂੰ ਜ਼ਿੰਮੇਵਾਰੀ ਨਾਲ ਬਣਾਉਣਾ। ਭੈਣ ਜੀ ਆਪਣੇ ਨਾਲ ਨੇ, ਭੈਣ ਜੀ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਨੂੰ ਆਹ ਗੱਲ ਤਾਂ ਬੜੀ ਸੋਹਣੀ ਲੱਗੀ ਕਿ ਤੁਸੀਂ ਸਾਰੇ ਡਾਕਟਰਸ ਦੀ ਇੱਕ ਲਿਸਟ ਲਿਖ ਕੇ ਲਾਈ ਹੋਈ ਹੈ, ਡਿਪਾਰਟਮੈਂਟ ਲਿਖ ਕੇ ਲਾਇਆ, ਟਾਈਮਿੰਗ ਲਿਖ ਕੇ ਲਾਈ ਹੈ। ਇਹ ਕਿਉਂ ਜ਼ਿੰਮੇਵਾਰੀ ਨਿਭਾਈ ਹੈ? ਕਿੱਦਾਂ ਇਹ ਆਈਡੀਆ? ਇਹ ਡੇਲੀ ਦੇ ਚੇਂਜ ਹੁੰਦਾ, ਬੋਰਡ ਡੇਲੀ ਹੀ ਚੇਂਜ ਹੁੰਦਾ। ਜਿੱਦਾਂ ਜਿਹੜੇ ਡਾਕਟਰਸ ਪ੍ਰੈਜ਼ੈਂਟ ਹੁੰਦੇ ਆ ਉਸ ਦਿਨ, ਉਹਨਾਂ ਦਾ ਟਾਈਮਿੰਗਸ ਤੇ ਉਹਨਾਂ ਦੀ ਡੈਜ਼ਿਗਨੇਸ਼ਨ, ਤਾਂ ਕਿ ਫਿਰ ਇਹ ਵੀ ਹੈ ਵੀ ਕਿਹੜੇ ਨੰਬਰ 'ਚ ਬੈਠੇ ਹੈਗੇ ਆ, ਵੀ ਕਿਸੇ ਨੂੰ ਵੀ ਜਿਹੜਾ ਵੀ ਪਰਸਨ ਆਇਆ ਉਹਨਾਂ ਨੂੰ ਮੁਸ਼ਕਲ ਨਾ ਹੋਵੇ ਤੇ ਉਹਨਾਂ ਨੂੰ ਪਤਾ ਹੋਵੇ ਵੀ ਇਹ ਡਾਕਟਰ ਅੱਜ ਪ੍ਰੈਜ਼ੈਂਟ ਹੈਗੇ ਆ। ਇਨਕੁਆਇਰੀ ਦੀ ਲੋੜ ਨਾ ਪਵੇ ਉਹਨੂੰ। ਹਾਂਜੀ ਬਿਲਕੁਲ ਜੀ। ਇਹ ਸੈਲਫ ਇਨਕੁਆਇਰੀ ਹੋ ਗਈ ਇੱਕ ਤਰ੍ਹਾਂ ਦੀ। ਹਾਂਜੀ, ਸੈਲਫ ਇਨਕੁਆਇਰੀ ਹੈਗੀ ਹੈ। ਭੈਣ ਜੀ, ਮੈਂ ਜਦੋਂ ਪੇਸ਼ੈਂਟਸ ਨਾਲ ਗੱਲ ਕਰ ਰਿਹਾ ਸੀਗਾ, ਕਈ ਤਾਂ ਬੜੇ ਜਜ਼ਬਾਤੀ ਸੀ। ਉਹ ਕਹਿੰਦੇ ਕਿ ਯਾਰ ਦਵਾਈਆਂ ਬਿਲਕੁਲ ਅੱਧੇ ਰੇਟ ਤੇ, ਆਪਾਂ ਇਹਨਾਂ ਚੀਜ਼ਾਂ ਨੂੰ ਕਿਵੇਂ ਫਿਰ ਮੇਨਟੇਨ ਕਰਦੇ ਆ ਅੱਧੇ ਰੇਟ ਦੇ ਉੱਤੇ ਦਵਾਈਆਂ? ਕਿਉਂਕਿ ਮੈਡੀਕਲ ਖੇਤਰ ਤਾਂ ਐਸਾ ਖੇਤਰ ਹੈ ਜਿਹਦੇ ਵਿੱਚ ਲੁੱਟ ਬਹੁਤ ਹੈ, ਓਲਾ ਬਹੁਤ ਹੈ। ਡਾਕਟਰਾਂ ਦੀ ਵੀ ਜ਼ਿੰਮੇਵਾਰੀ ਦੀ ਗੱਲ ਕੀਤੀ ਉਹਨਾਂ ਨੇ। ਆਪਾਂ ਇਹਨਾਂ ਚੀਜ਼ਾਂ ਨੂੰ ਫਿਰ ਮੈਨੇਜ ਕਿਵੇਂ ਕਰਦੇ ਆ? ਅੱਧੇ ਮੁੱਲ ਤੇ ਦਵਾਈਆਂ। ਅੱਧਾ ਨਹੀਂ ਕਹੋਗੇ ਤੁਸੀਂ, ਕਈ ਦਵਾਈਆਂ ਤਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਕਿ 400 ਰੁਪਏ ਪ੍ਰਿੰਟ ਹੈਗਾ, ਲੇਕਿਨ ਸਿਰਫ ਤੇ ਸਿਰਫ 10-15 ਰੁਪਏ 'ਚ ਅਸੀਂ ਵੇਚ ਰਹੇ ਹਾਂ। ਇਹ ਇਸ ਕਰਕੇ ਨਹੀਂ ਵੀ ਉਹਦਾ ਅੱਧਾ ਰੇਟ ਕਰਕੇ ਵੇਚ ਰਹੇ ਹਾਂ, ਨਹੀਂ। ਕਾਸਟ ਜਿੱਦਾਂ ਸਾਨੂੰ ਕਾਸਟ ਆਉਂਦੀ ਹੈ, ਜਿੱਦਾਂ ਸਾਨੂੰ ਕਾਸਟ ਪੈਂਦੀ ਹੈ, ਉਹਦੇ ਤੇ 5 ਤੋਂ 7% ਰੱਖ ਕੇ, ਤਾਂ ਕਿ ਜਿਹੜੇ ਸਾਡੇ ਮੁਲਾਜ਼ਮ ਇੱਥੇ ਕੰਮ ਕਰ ਰਹੇ ਆ, 7-8 ਮੁਲਾਜ਼ਮ ਕੰਮ ਕਰ ਰਹੇ ਆ, 24/7 ਸਾਡੀ ਫਾਰਮੇਸੀ ਓਪਨ ਹੈ, ਡੇ ਐਂਡ ਨਾਈਟ। ਤੇ ਉਹਨਾਂ ਦਾ ਸਿਰਫ ਖਰਚਾ, ਕੋਈ ਬਿਜਲੀ ਦਾ ਨਹੀਂ, ਕੋਈ ਜਗ੍ਹਾ ਦਾ ਨਹੀਂ, ਹੋਰ ਕੋਈ ਖਰਚਾ ਨਹੀਂ ਕੱਢਦੇ। ਸਿਰਫ ਉਹਨਾਂ ਮੁਲਾਜ਼ਮਾਂ ਦੀ ਤਨਖਾਹ ਕੱਢ ਕੇ ਅਸੀਂ ਸਾਰਾ ਉਹਨਾਂ ਨੂੰ ਛੱਡ ਕੇ ਦੇ ਰਹੇ ਹਾਂ। ਇੱਥੋਂ ਮੇਰਾ ਇੱਕ ਸਵਾਲ ਹੈ, ਖੈਰ ਉਹ ਸਵਾਲ ਤੁਹਾਨੂੰ ਨਹੀਂ ਬਣਦਾ ਪਰ ਮੈਂ ਕਰ ਲੈਣਾ। ਇਹਦਾ ਮਤਲਬ ਤਾਂ ਵੀ ਬਹੁਤ ਵੱਡੇ ਨੈਕਸਸ ਚੱਲਦੇ ਆ ਮੈਡੀਸਨ ਬਹੁਤ ਵੱਡਾ ਜੀ, ਕਿਉਂਕਿ ਮੈਂ ਤੂੰ ਤਾਂ ਉਸ ਦਾ ਵੀ ਪਰਦਾਫਾਸ਼ ਕਰ ਰਹੀ। ਮੈਂ ਬਿਲਕੁਲ ਦੱਸਣਾ ਚਾਹਾਂਗੀ, ਬਿਕੋਜ਼ ਸਾਡਾ ਇਹ ਪ੍ਰੋਫੈਸ਼ਨ ਰਿਹਾ। ਪ੍ਰੋਫੈਸ਼ਨ ਮੈਂ ਆਪਣਾ ਇਸ ਕਰਕੇ ਕਹਿੰਦੀ ਆ ਵੀ ਜਦੋਂ ਮੈਂ ਵਿਆਹੀ ਆਈ ਹਾਂ, ਮੇਰੇ ਹਸਬੰਡ ਫਾਰਮਾਸਿਸਟ ਜੀ, ਬਿਲਕੁਲ, I know। ਸਾਡੀ 2 ਫਾਰਮਾਸਿਊਟੀਕਲ ਸ਼ਾਪਸ ਹੈਗੀਆਂ, ਇੱਕ ਫਤਿਹਗੜ੍ਹ ਸਾਹਿਬ ਹੁਣ ਵੀ ਹੈਗੇ ਆ, ਇੱਕ ਖਰੜ ਸੀਗੀ। ਖਰੜ ਮੈਂ ਰਨ ਕਰਦੀ ਸੀ, ਫਤਿਹਗੜ੍ਹ ਸਾਹਿਬ ਇਹ ਰਨ ਕਰਦੇ ਸੀਗੇ। ਤੇ ਉੱਥੇ ਸਾਨੂੰ ਬੇਚੈਨੀ ਹੁੰਦੀ ਸੀ ਜਦੋਂ ਅਸੀਂ ਕਿਸੇ ਪੇਸ਼ੈਂਟ ਨੂੰ ਅਸੀਂ ਥੋੜੀ ਘੱਟ ਰੇਟ ਤੇ ਦਵਾਈ ਦੇਣੀ। ਉਦੋਂ ਇੰਨਾ ਟ੍ਰੈਂਡ ਨਹੀਂ ਸੀਗਾ ਜੈਨਰਿਕ ਦਾ ਤੇ ਦੂਸਰਾ ਹੈ ਨਾ ਦੱਸਣ ਦਾ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ। ਨਾਲੇ ਅੱਛੀਆਂ ਕੰਪਨੀਆਂ ਦੇ, ਸਿਪਲਾ ਦਾ ਜੈਨਰਿਕ ਹੈਗਾ, ਰਨਬੈਕਸੀ ਦਾ ਹੈ, ਕੈਡੀਲਾ ਦਾ ਹੈਗਾ, ਬਲੂ ਕ੍ਰਾਸ ਦਾ ਹੈਗਾ, ਹੋਰ ਬਹੁਤ ਅੱਛੀਆਂ ਕੰਪਨੀਆਂ ਜਿਨ੍ਹਾਂ ਦੇ ਜੈਨਰਿਕ ਬ੍ਰਾਂਡ ਆਉਂਦੇ ਆ। ਉਹ ਕਿਉਂ ਘੱਟ ਕਾਸਟ ਕਰਦੇ ਆ? ਕਿਉਂਕਿ ਉਹਦੇ ਵਿੱਚ ਨਾ ਤਾਂ MRs ਨੇ ਆਪਣਾ ਜਾ ਕੇ ਕੋਈ ਰਿਪਰੈਜ਼ੈਂਟੇਸ਼ਨ ਦੇਣੀ ਹੈ ਨਾ, ਉਹਨੇ ਆਪਣੀ ਉਹ ਨਹੀਂ ਕਰਨੀ ਹੈ, ਡਾਕਟਰਾਂ ਨੂੰ ਦੱਸਣਾ ਹੈਗਾ ਵੀ ਸਾਡੀ ਇਹ ਦਵਾਈ ਲਿਖੋ। ਨਾ ਹੀ ਕੋਈ ਉਹਨਾਂ ਦੇ ਐਡ ਤੇ ਖਰਚੇ ਹੈਗੇ, ਨਾ ਕੋਈ ਹੋਰ ਖਰਚੇ ਆ। ਉਹ ਜਿੱਦਾਂ ਮੈਨੂਫੈਕਚਰ ਹੁੰਦੀ ਹੈ ਉਦਾਂ ਹੀ ਸਪਲਾਈ ਹੋ ਜਾਂਦੀ ਹੈ। ਉਹਦੇ ਵਿੱਚ ਖਰਚਾ ਕੋਈ ਕੰਪਨੀ ਨੂੰ ਪੈਂਦਾ ਨਹੀਂ। ਉਹ ਘੱਟ ਰੇਟ ਤੇ ਮਤਲਬ ਉਹੀ ਮੈਡੀਸਨ ਨੂੰ ਘੱਟ ਰੇਟ ਤੇ ਨਾਮ ਬਦਲ ਕੇ ਦਿੰਦੇ ਆ। ਤੇ ਇਹ ਆਮ ਪਬਲਿਕ 'ਚ ਨੌਲੇਜ 'ਚ ਨਹੀਂ ਸੀਗਾ। ਇਹ ਤਾਂ ਹੁਣ ਜਦੋਂ ਇਹਦੀ ਅਵੇਅਰਨੈਸ ਹੋਣ ਲੱਗੀ ਹੈ ਕਿ ਜਦੋਂ ਰੌਲਾ ਪਿਆ ਸੀ ਜਨਰਿਕ ਤੇ ਐਥੀਕਲ ਤੇ ਜਨਰਿਕ ਦਾ, ਹਾਂਜੀ ਪਿਆ ਜਦੋਂ ਰੌਲਾ, ਉਦੋਂ ਪਤਾ ਲੱਗਿਆ ਪਬਲਿਕ ਨੂੰ। ਤੇ ਹੁਣ ਪਬਲਿਕ ਵੀ ਚਾਹੁੰਦੀ ਹੈ, ਅਵੇਅਰ ਹੋ ਗਈ ਹੈ ਕਿ ਵੀ ਸਾਨੂੰ ਕੰਪਨੀ ਭਾਵੇਂ ਅੱਛੀ ਦਿਓ ਲੇਕਿਨ ਸਾਨੂੰ ਜਨਰਿਕ ਦਿਓ। ਤੇ ਉਹ ਸਬਸਟੀਟਿਊਟ ਕਰਕੇ ਖੁਸ਼ ਹੈਗੇ। ਤੇ ਸਾਡੇ ਡਾਕਟਰ ਵੀ ਕਹਿੰਦੇ ਆ ਅਸੀਂ ਇਹ ਜਿਹੜੀਆਂ ਵਰਤੀਆਂ ਹੋਈਆਂ ਦਵਾਈਆਂ ਹੈ ਅੱਛੀਆਂ ਕੰਪਨੀਆਂ ਦੀਆਂ, ਅਸੀਂ ਉਹੀ ਲਿਖਣੀਆਂ। ਡਾਕਟਰ ਉਹੀ ਲਿਖਦੇ ਆ ਤੇ ਘੱਟ ਕਾਸਟ ਤੇ। ਮਤਲਬ ਸਾਡਾ ਮੇਨ ਮਕਸਦ ਇਹ ਸੁਪਨਾ ਸੀਗਾ ਜਦੋਂ ਅਸੀਂ ਫਾਰਮਾਸਿਊਟੀਕਲ ਸ਼ਾਪਸ ਰਨ ਕਰਦੇ ਸੀਗੇ ਕਿ ਕਿੱਦਾਂ ਪੋਸੀਬਲ ਹੋ ਸਕਦਾ ਹੈ ਕਿ ਕਿਸੇ ਇਨਸਾਨ ਨੂੰ ਬਹੁਤ ਘੱਟ ਪੈਸੇ 'ਚ ਵਧੀਆ ਟ੍ਰੀਟਮੈਂਟ ਮਿਲੇ। ਇਹ ਸਾਡਾ ਸੁਪਨਾ ਸੀਗਾ। ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਇਹ ਸਾਕਾਰ ਹੁੰਦਾ ਨਜ਼ਰ ਆ ਰਿਹਾ। ਨਹੀਂ, ਬਿਲਕੁਲ ਹੋਇਆ ਜੀ। ਔਰ ਵਾਹਿਗੁਰੂ ਇਦਾਂ ਹੀ ਨਜ਼ਰ ਸੋਲੀ ਰੱਖੇ। ਆਪਾਂ ਤਾਂ ਮੈਂ ਤਾਂ ਇਹ ਗੱਲ ਵਾਰ-ਵਾਰ ਕਹਿਣਾ ਕਿ ਸੇਵਾ ਕਹਿ ਦੇਣਾ ਬੜਾ ਸੌਖਾ ਤੇ ਕਰਨਾ ਬਹੁਤ ਔਖਾ ਹੈ ਜੀ ਅਸਲ ਦੇ ਵਿੱਚ। ਹਾਂਜੀ, ਸਾਡਾ ਮੇਨ ਇਹੀ ਮਕਸਦ ਹੈ
ਕਿ ਇਹ ਜਿਹੜਾ ਸੰਸਾਰ ਹੈ ਇੱਕ ਦਾਤੇ ਦਾ ਬਣਾਇਆ ਹੋਇਆ, ਇੱਕ ਪਰਮਾਤਮਾ ਦਾ। ਜਦੋਂ ਕੁਦਰਤ ਸਾਰਿਆਂ ਵਾਸਤੇ ਇੱਕੋ ਜਿਹਾ ਕੰਮ ਕਰ ਰਹੀ ਹੈਗੀ ਆ, ਉਹ ਸੂਰਜ ਸਾਰਿਆਂ ਨੂੰ ਇੱਕੋ ਜੀ ਧੁੱਪ ਦੇ ਰਿਹਾ ਹੈਗਾ, ਹੈ ਨਾ, ਤੇ ਵਿੰਡ ਹੈ, ਹਵਾ ਹੈ, ਸਾਰਿਆਂ ਨੂੰ ਉਹੀ ਮਿਲ ਰਹੀ ਹੈਗੀ ਹੈ। ਤੇ ਪਰਮਾਤਮਾ ਨੇ ਸਾਨੂੰ ਵੀ ਇਸੇ ਤਰ੍ਹਾਂ ਹੀ ਬਣਾਇਆ ਕਿ ਵੀ ਤੁਸੀਂ ਸਾਰਿਆਂ ਵਾਸਤੇ ਉਦਾਂ ਹੀ ਵਿਚਰੋ। ਇਹ ਤੁਹਾਡੇ ਪਰਿਵਾਰ ਹੈ, ਇੱਕੋ ਦਾਤੇ ਦੀ ਔਲਾਦ ਹੈਗੇ ਆ। ਉਸੇ ਕੋਸ਼ਿਸ਼ 'ਚ ਲੱਗੇ ਆ ਕਿ ਵੀ ਜਿੱਥੇ ਵੀ ਜਿੰਨਾ ਕੁ ਅਸੀਂ, ਕਿਉਂਕਿ ਹਰ ਇੱਕ ਦੀ ਇੱਕ ਲਿਮਿਟੇਸ਼ਨ ਹੁੰਦੀ ਹੈ, ਸਾਡੇ ਵੀ ਫੰਡਸ ਦੀ ਲਿਮਿਟੇਸ਼ਨ ਹੈਗੇ ਆ, ਸਾਡੇ ਵੀ ਇੱਕ ਮਤਲਬ ਅਸੀਂ ਉਸ ਦਾਇਰੇ ਤੋਂ ਬਾਹਰ ਨਹੀਂ ਜਾ ਪਾ ਰਹੇ, ਬਟ ਜਿੱਦਾਂ ਜਿੱਦਾਂ ਦਾਇਰਾ ਸਾਡਾ ਵੱਧਦਾ ਜਾ ਰਿਹਾ, ਸਾਡੀ ਚਾਦਰ ਵੱਡੀ ਹੁੰਦੀ ਜਾ ਰਹੀ ਹੈ, ਉੱਦਾਂ ਉੱਦਾਂ ਅਸੀਂ ਵੀ ਪਬਲਿਕ ਦੀ ਸਪੋਰਟ ਵਿੱਚ ਦਾਇਰਾ ਵਧਾ ਕੇ ਅੱਗੇ ਆ ਰਹੇ ਹਾਂ। ਕਿਉਂਕਿ ਸਾਨੂੰ, ਅਸੀਂ ਕਦੇ ਵੀ ਨਹੀਂ ਇਹ ਚਾਹਿਆ ਕਿ ਜੇ ਕੋਈ ਪੈਸਾ ਆਂਦਾ ਵੀ ਉਹਨੂੰ ਅਸੀਂ ਰੱਖ ਵੀ ਲਈਏ ਥੋੜੀ ਦੇਰ ਲਈ। ਸਾਨੂੰ ਹੁੰਦਾ ਵੀ ਕਿੱਦਾਂ ਯੂਟਿਲਾਈਜ਼ ਕਰਕੇ ਪਬਲਿਕ ਨੂੰ ਵੱਧ ਤੋਂ ਵੱਧ ਸਪੋਰਟ ਕਿੱਦਾਂ ਦੇ ਵਾਪਸ ਕਰੀਏ ਉਹਨੂੰ ਕਿਵੇਂ। ਬਿਲਕੁਲ, ਇਹ ਸਾਡਾ ਫਰਜ਼ ਹੈ। ਇੱਕ ਮੇਰਾ ਸਵਾਲ ਸੀ ਕਿ ਕੋਵਿਡ ਕਾਲ ਦੇ ਦੌਰਾਨ ਮੇਰੇ ਖਿਆਲ 'ਚ ਇਹ ਹਸਪੀਟਲ ਵੀ ਇੱਕ ਯੂਨਿਟ ਬਣਾਇਆ ਗਿਆ ਸੀਗਾ, ਬਿਲਕੁਲ। ਉਸ ਤੋਂ ਬਾਅਦ ਦਿੱਕਤਾਂ ਪਰੇਸ਼ਾਨੀਆਂ ਵੀ ਆਈਆਂ, ਕਰਜ਼ਾ ਵੀ ਚੜਿਆ ਤੁਹਾਡੇ ਦੇ ਉੱਤੇ ਇਸ ਹਸਪੀਟਲ ਨੂੰ ਲੈ ਕੇ। ਕੀ ਦਿੱਕਤਾਂ ਨੇ ਉਹ ਦੱਸੋ ਦਰਸ਼ਕਾਂ ਨੂੰ, ਤਾਂ ਕਿ ਆਪਾਂ ਜਦੋਂ ਹੁਣ ਸੇਵਾ ਦੇ ਦਾਇਰੇ ਦੀ ਗੱਲ ਆਈ ਹੈ ਤਾਂ ਫਿਰ ਪਬਲਿਕ ਸਪੋਰਟ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਬਿਲਕੁਲ ਜੀ, ਜਿਵੇਂ ਸਾਰੇ ਜਾਣਦੇ ਹੀ ਹੈ ਕਿ ਆਪਣਾ ਸ਼ੈਲਟਰ ਹੋਮ ਤਾਂ ਚੱਲ ਰਿਹਾ, ਜਿੱਥੇ ਕਿ 400 ਪਲੱਸ ਇਨਹੈਬੀਟੈਂਟਸ ਨੂੰ ਡੇ ਐਂਡ ਨਾਈਟ ਸੇਵਾ ਸੰਭਾਲ ਉਹਨਾਂ ਦੀ ਕੇਅਰ ਦੇ ਵਿੱਚ ਰੱਖਿਆ ਗਿਆ ਹੈ, ਜਿਨ੍ਹਾਂ ਦਾ 1.5 ਲੱਖ ਤੋਂ ਉੱਪਰ ਦਾ ਤਕਰੀਬਨ ਡੇਲੀ ਦਾ ਹੀ ਖਰਚਾ ਹੈਗਾ। ਉਸ ਦੇ ਨਾਲ ਹੀ ਜਿੱਦਾਂ ਕੋਵਿਡ ਵਿੱਚ ਕੋਈ ਪ੍ਰੋਬਲਮ ਸ਼ੁਰੂ ਹੋਈ ਕਿ OPDs ਬਾਹਰ ਬੰਦ ਹੋ ਗਈਆਂ ਵੱਡੇ ਵੱਡੇ ਹਸਪਤਾਲਾਂ ਦੀਆਂ, ਤੇ ਪਬਲਿਕ ਸਾਡੇ ਆਲਰੇਡੀ 7 ਡਾਕਟਰ ਵਰਕਿੰਗ 'ਚ ਸੀਗੇ ਉਸ ਟਾਈਮ ਵੀ, ਜਦ ਡੇਜ਼ ਚੇਂਜ ਕਰਕੇ ਆਉਂਦੇ ਸੀਗੇ, ਪੈਡੀਆਟ੍ਰੀਸ਼ੀਅਨ ਸਾਡੇ ਆਉਂਦੇ ਸੀ, ਸਾਈਕੈਟ੍ਰਿਸਟ ਆਉਂਦੇ ਸੀਗੇ, ਜਨਰਲ ਮੈਡੀਸਨ ਦੇ ਸਾਡੇ ਫੁੱਲ ਟਾਈਮ ਡਾਕਟਰ ਰਹਿੰਦੇ ਸੀਗੇ, ਤੇ ਹੋਰ ਵੀ ਕਾਫੀ ਗਾਇਨੀ ਦੇ ਡਾਕਟਰ ਆਉਂਦੇ ਸੀਗੇ। ਸਾਡੇ 7 ਡਾਕਟਰ ਸੀਗੇ, ਡੈਂਟਲ ਦੇ ਆਉਂਦੇ ਸੀਗੇ। ਤੇ ਸਾਡੇ ਕੋਲ ਪਬਲਿਕ ਅਪਰੋਚ ਕਰਨ ਲੱਗੀ ਕਿ ਸਾਨੂੰ ਟ੍ਰੀਟਮੈਂਟ ਕਰਵਾਇਆ ਜਾਵੇ ਬਾਹਰ। ਉਹ ਤਾਂ ਜਨਰਲ ਪ੍ਰੋਬਲਮ ਨੂੰ ਵੀ ਨਹੀਂ ਦੇਖ ਰਹੇ ਸੀ ਬਿਲਕੁਲ, ਤੇ ਕਹਿੰਦੇ ਵੀ ਕੋਵਿਡ ਦਾ ਪੇਸ਼ੈਂਟ ਨਹੀਂ ਰੱਖ ਸਕਦੇ ਹੋ। ਉਹ ਵੀ ਤੁਹਾਨੂੰ ਪਤਾ ਹੈ ਵੀ ਕਿੰਨਾ ਕੁ ਕੋਵਿਡ ਨੂੰ ਉਹ ਐਂਟਰਟੇਨ ਕਰ ਪਾ ਰਹੇ ਸੀਗੇ, ਕਿਉਂਕਿ ਸਾਡੀਆਂ ਫੈਸਿਲਿਟੀਜ਼ ਜ਼ਿਆਦਾ ਨਹੀਂ ਸੀਗੀਆਂ। ਤੇ ਉਸ ਨੂੰ ਦੇਖਦੇ ਹੋਏ ਕਿ ਸਾਡੇ ਵੀ ਇਨਹੈਬੀਟੈਂਟਸ ਨੂੰ ਪ੍ਰੋਬਲਮ ਨਾ ਆ ਜਾਵੇ, ਸਾਨੂੰ ਇਹ ਬਿਨਾਂ ਦੇਰੀ ਇਹ ਚੀਜ਼ ਪਰਚੇਜ਼ ਕਰਨੀ ਪਈ। ਪਰਚੇਜ਼ ਅਸੀਂ ਕਰਨ ਲਈ ਸਟੈਪ ਤਾਂ ਚੱਕ ਲਿਆ, ਬਟ ਸਾਡੇ ਕੋਲ ਫੰਡਸ ਪੂਰੇ ਨਹੀਂ ਸਨ। ਜਦੋਂ ਅਸੀਂ ਫੰਡਸ ਦੇਖਿਆ ਤਾਂ ਉਹਨਾਂ ਨਾਲ ਰਿਕੁਐਸਟ ਕੀਤੀ ਜਿਨ੍ਹਾਂ ਦੀ ਇਹ ਜਗ੍ਹਾ ਸੀਗੀ, ਤੇ ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਸਾਨੂੰ ਅੱਧਾ ਦੇ ਦਿਓ, ਅੱਧਾ ਫਿਰ ਤੁਸੀਂ ਹੌਲੀ ਹੌਲੀ ਸਾਨੂੰ ਕਿਸ਼ਤਾਂ ਦੇ ਦਿਓ, ਬਟ ਦਸੰਬਰ 21 ਤੱਕ ਸਾਨੂੰ ਉਹ ਪੂਰੀ ਪੇਮੈਂਟ ਕਰਨੀ ਸੀਗੀ, ਜਿਹੜੀ ਕਿ ਹੁਣ 1 ਕਰੋੜ ਰੁਪਇਆ ਸਾਡਾ ਦਸੰਬਰ 21 ਤੱਕ ਪੈਂਡਿੰਗ ਸੀਗਾ, ਜਿਹਦੇ ਚੋਂ ਹਜੇ ਅਸੀਂ 20 ਲੱਖ ਹੀ ਉਤਾਰ ਪਾਏ ਆ। ਹਜੇ ਵੀ 80 ਲੱਖ ਤੋਂ ਉੱਪਰ ਇਹਦਾ ਇਸ ਬਿਲਡਿੰਗ ਦਾ ਦੇਣਾ ਹਜੇ ਬਕਾਇਦਾ ਹੈ। ਸਾਡੀ ਰਜਿਸਟਰੀ ਪੈਂਡਿੰਗ ਹੋ ਗਈ, ਜਿਹੜੀ ਕਿ ਦਸੰਬਰ ਵਿੱਚ ਹੋਣੀ ਸੀਗੀ। ਇਹ ਤਾਂ ਭਲਾ ਮਾਨਸ ਇਨਸਾਨ ਹੋਣ ਦੇ ਨਾਤੇ ਉਹਨਾਂ ਨੇ, ਹਾਂਜੀ, ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ, ਨਹੀਂ ਤਾਂ ਦੇ ਕੈਨ ਸਿਊ ਅਸ ਇਨ ਦ ਕੋਰਟ ਐਂਡ ਬਲਕਿ ਕਈ ਗੁਣਾ ਦੁੱਗਣੇ ਪੈਸੇ ਲੈ ਕੇ ਅਗਲਾ ਉਹ ਕਰਦਾ ਹੈਗਾ। ਬਟ ਜਦੋਂ ਉਹਨਾਂ ਨੇ ਦੇਖਿਆ ਕਿ ਸੇਵਾ ਹੋ ਰਹੀ ਹੈ ਤਾਂ ਵੀ ਜਾਇਜ਼ ਕੰਮ ਹੋ ਰਿਹਾ ਹੈਗਾ, ਤੇ ਉਹਨਾਂ ਨੇ ਹਜੇ ਸਾਨੂੰ ਥੋੜੀ ਜੀ ਰਿਲੈਕਸੇਸ਼ਨ ਦੇਤੀ 1 ਮਹੀਨੇ ਦੀ। ਲੇਕਿਨ ਇਹ ਸਾਰਾ ਅਸੀਂ ਪਬਲਿਕ ਦੇ ਸਪੋਰਟ ਨਾਲ ਹੀ ਕਰ ਪਾ ਰਹੇ ਹੈਗੇ ਆ। ਤੇ ਅੱਗੇ ਅਸੀਂ ਕਿਉਂਕਿ ਫੈਸਿਲਿਟੀਜ਼ ਹੋਰ ਲੋੜ ਪੈ ਰਹੀ ਹੈ, ਉਹ ਆਪਰੇਸ਼ਨ ਥੀਏਟਰ ਸ਼ੁਰੂ ਕਰਨੇ ਹੈਗੇ ਬਿਨਾਂ ਦੇਰੀ। ਬਹੁਤ ਪਬਲਿਕ ਨਿਰਾਸ਼ ਹੋ ਕੇ ਜਾ ਰਹੀ ਹੈ ਕਿ ਕਿਸੇ ਦੀ ਛੋਟੀ ਛੋਟੀ ਵੀ ਪ੍ਰੋਬਲਮ ਹੈ, ਗਾਲ ਬਲੈਡਰ 'ਚ ਪੱਥਰੀ ਹੈਗੀ ਆ, ਵਿਸੈਕਟੋਮੀ ਹੈਗੀ ਆ, ਜਾਂ ਹੋਰ ਕੋਈ ਦਿੱਕਤ ਹੈਗੀ ਆ, ਜਾਂ ਈਵਨ ਕਿ ਪ੍ਰੈਗਨੈਂਸੀ ਵਾਲੇ ਕੇਸਿਸ ਆ ਰਹੇ, ਹਜੇ ਅਸੀਂ ਉਹਨਾਂ ਨੂੰ ਐਂਟਰਟੇਨ ਕਰ ਨਹੀਂ ਪਾਏ। ਕਿਉਂਕਿ ਜੇ OT ਸ਼ੁਰੂ ਕਰਾਂਗੇ, ਜੇ ਲੇਬਰ ਵਾਰਡ ਸ਼ੁਰੂ ਕਰਦੇ ਹਾਂ, ਤਾਂ ਕਿਸੇ ਨੂੰ ਈਵਨ ਉਦੋਂ ਹੀ ਸਰਜਰੀਅਨ ਕਰਨਾ ਪੈ ਗਿਆ, ਤੇ ਸਾਡੇ ਕੋਲ ਮਸ਼ੀਨਾਂ ਨਹੀਂ ਹੈ ਔਰ ਬਾਕੀ ਸਾਰੀਆਂ ਚੀਜ਼ਾਂ, ਤੇ ਉਸ ਦੀ ਤਿਆਰੀ ਵਿੱਚ ਅਸੀਂ ਹੁਣ ਲੱਗੇ ਹੈਗੇ ਆ। ਅਸੀਂ ਆਸ ਕਰਦੇ ਆ ਸੰਗਤ ਸਾਡੀ ਸਪੋਰਟ 'ਚ ਜ਼ਰੂਰ ਖੜੇਗੀ, ਤਾਂ ਕਿ ਉਹ ਚਾਦਰ ਵਾਲੀ ਗੱਲ ਹੈ ਕਿ ਵੀ ਚਾਦਰ ਵੱਡੀ ਹੋ ਜਾਏਗੀ ਤਾਂ ਅਸੀਂ ਹੋਰ ਪਬਲਿਕ ਨੂੰ ਵਧੀਆ ਤਰੀਕੇ ਦੇ ਨਾਲ ਸਪੋਰਟ ਦੇ ਪਾਵਾਂਗੇ। ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਆਪ ਸਭ ਦੇ ਸਹਿਯੋਗ ਦੇ ਨਾਲ ਇਹਨੂੰ ਲਗਾਤਾਰ ਨਿਰੰਤਰ ਇਹ ਸੇਵਾ ਅੱਗੇ ਵਧਦੀਆਂ ਰਹਿਣ। ਵਧੇ ਜੀ ਵਧੇ। ਬਹੁਤ ਬਹੁਤ ਸ਼ੁਕਰੀਆ ਭੈਣ ਜੀ ਗੱਲ ਕਰਨ ਲਈ। ਆਓ ਤੁਹਾਨੂੰ ਕੁਝ ਹੋਰ ਝਾਤਾਂ ਇਸ ਸੇਵਾ ਸੈਂਟਰ ਦੀਆਂ ਤੁਹਾਨੂੰ ਹੋਰ ਝਾਤਾਂ ਦਿਖਾਉਣਾ ਮੈਂ। ਵੈਸੇ ਤਾਂ ਸਾਰੀ ਦੁਨੀਆ ਪ੍ਰਭ ਆਸਰੇ, ਪਰ ਜਿਨ੍ਹਾਂ ਨੇ ਪ੍ਰਭ ਆਸਰਾ, ਉਧਰ ਸਾਡਾ ਆਸ਼ਰਮ ਵੀ, ਤੇ ਪ੍ਰਭ ਆਸਰਾ ਚੈਰੀਟੇਬਲ ਸੇਵਾ ਸੈਂਟਰ, ਮੈਂ ਤਾਂ ਹਸਪਤਾਲ ਕਹਿ ਰਿਹਾ ਸੀਗਾ, ਸੇਵਾ ਸੈਂਟਰ ਹੈ, ਹਸਪਤਾਲ ਨਹੀਂ ਹੈ। ਆਓ ਕੁਛ ਹੋਰ ਝਾਤੀਆਂ ਤੁਹਾਨੂੰ ਦਿਖਾਉਂਦੇ ਹਾਂ ਅੰਦਰ, ਆ ਜਾਓ। ਇਹ ਐਮਰਜੈਂਸੀ ਮਾਈਨਰ OT ਹੈ, ਮਤਲਬ ਛੋਟੀਆਂ ਮੋਟੀਆਂ ਜੇ ਕੋਈ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ
ਉਹਨਾਂ ਨੂੰ ਐਂਟਰਟੇਨ ਕਰਨ ਦੇ ਲਈ ਮਾਈਨਰ ਜਿਹੜੀ ਆਪਰੇਸ਼ਨ ਥੀਏਟਰ ਹੈ। ਮੈਂ ਹਾਲਾਂਕਿ ਡਿਸਟਰਬੈਂਸ ਹੁੰਦੀ ਹੈ ਬਟ ਤੁਹਾਨੂੰ ਮੈਂ ਇੱਕ ਬੜੀ ਖੂਬਸੂਰਤ ਗੱਲ ਦਿਖਾਉਣਾ ਹੋਰ। ਤੁਸੀਂ ਇੱਥੋਂ ਦੀ ਸਾਫ਼ ਸਫਾਈ ਦੇਖੋ, ਵੇ ਆਫ ਟ੍ਰੀਟਮੈਂਟ ਇਜ਼। ਇੱਥੇ ਮੈਨੂੰ ਥੋੜ੍ਹਾ ਆਪਣੀ ਆਵਾਜ਼ ਨੀਵੀਂ ਕਰਨੀ ਪੈਣੀ ਹੈ, ਥੋੜ੍ਹਾ ਹੌਲੀ ਬੋਲਣਾ ਪੈਣਾ। ਮੈਂ ਕੈਮਰਾ ਸਹਿਯੋਗੀ ਨੂੰ ਕਹਾਂਗਾ ਕਿ ਇੱਥੇ ਅਸੀਂ ਉੱਚੀ ਆਵਾਜ਼ ਦੇ ਵਿੱਚ ਗੱਲ ਨਹੀਂ ਕਰ ਸਕਦੇ ਕਿਉਂਕਿ ਸਾਡਾ ਵੈਸੇ ਹੀ ਫਰਜ਼ ਬਣਦਾ। ਆਓ ਤੁਹਾਨੂੰ ਜਨਰਲ OPD ਜਿਹੜੀ ਹੈ, ਆਊਟਡੋਰ ਪੇਸ਼ੈਂਟ ਡਿਪਾਰਟਮੈਂਟ ਜਿਹੜਾ ਤੁਹਾਨੂੰ ਉਹ ਵਿਖਾਉਂਦੇ ਹਾਂ। ਇਹ ਜਨਰਲ OPD ਹੈ ਜੀ ਸਾਡੀ, ਅਤੇ ਇਸ ਤਰੀਕੇ ਨਾਲ ਡੀਲ ਐਂਡ ਟੈਕਲ ਕੀਤਾ ਜਾਂਦਾ। ਜਿੱਦਾਂ ਡਾਕਟਰ ਸਾਹਿਬ ਬੈਠੇ ਆ, ਰੂਮ ਨੰਬਰ 03 ਹੈ, ਡਾਕਟਰ ਗੁਲਸ਼ਨ ਰਾਏ MD ਮੈਡੀਸਨ। ਸੋ ਇਸ ਤਰੀਕੇ ਨਾਲ ਤਾਂ ਕਿ ਆਪਣੇ ਆਪ ਹੀ ਮਰੀਜ਼ਾਂ ਨੂੰ ਸਹਾਇਤਾ ਮਿਲਦੀ ਰਹੇ, ਆਪਣੇ ਆਪ ਹੀ ਹੈਲਪ ਮਿਲਦੀ ਰਹੇ। ਪ੍ਰਭ ਆਸਰਾ ਹਸਪੀਟਲ ਦੀਆਂ ਇਹਨਾਂ ਤਸਵੀਰਾਂ ਦੇ ਨਾਲ ਅੱਜ ਤੁਹਾਨੂੰ ਛੱਡ ਚੱਲਦਾ ਹੈ ਕਿਉਂਕਿ ਬਹੁਤ ਵੱਡਾ ਕਾਰਜ ਉਲੀਕਿਆ ਹੋਇਆ। ਐਡੇ ਵੱਡੇ ਉਲੀਕੇ ਹੋਏ ਕਾਰਜ ਨੂੰ ਸਿਰਫ ਇੱਕ ਦਿਨ ਜਾਂ ਇੱਕ ਐਪੀਸੋਡ ਦੇ ਵਿੱਚ ਅਸੀਂ ਨਹੀਂ ਬੰਨ੍ਹ ਸਕਦੇ। ਸੋ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਇਸ ਪ੍ਰਭ ਆਸਰਾ ਹਸਪੀਟਲ ਦੀਆਂ ਹੋਰ ਤਸਵੀਰਾਂ ਜਿਹੜੀਆਂ ਨੇ ਉਹ ਵੀ ਲਗਾਤਾਰ ਸਾਂਝੀਆਂ ਕਰੀਏ। ਸਮਾਜ ਸੇਵਾ ਅਤੇ ਸੰਵਿਧਾਨ ਦੇ ਇਸ ਅਧਿਆਏ, ਇਸ ਚੈਪਟਰ ਦਾ ਅੱਜ ਇੱਥੇ ਹੀ ਆਪਾਂ ਅੰਤ ਕਰਾਂਗੇ, ਇੱਥੇ ਹੀ ਖਾਤਮਾ ਕਰਾਂਗੇ। ਤੁਹਾਡੇ ਤੋਂ ਵਿਦਾ ਲੈਂਦੇ ਹਾਂ। ਸਤਿ ਸ਼੍ਰੀ ਅਕਾਲ।